ਮਨੀਸ਼ੀਆਂ ਦਾ ਕਹਿਣਾ ਹੈ ਕਿ ਅਣੂ ਹੀ ਵਿਭੂ ਹੈ, ਕਿਉਂਕਿ ਅਣੂ ਕਹਿਣ ਦੇ ਲਈ ਵੀ ਇੱਕ ਵਿਭਾਜਕ ਰੇਖਾ ਖਿੱਚਣੀ ਪਵੇਗੀ। ਜਦੋਂ ਸਾਰੇ ਸੰਸਾਰ ਵਿੱਚ ਇੱਕ ਹੀ ਤੱਤ ਵਿਆਪਤ ਹੈ, ਫਿਰ ਵਿਭਾਜਨ ਰੇਖਾ ਖਿੱਚਣ ਦੇ ਲਈ ਕਿਹੜੀ ਥਾਂ ਬਚਦੀ ਹੈ? ਇਸ ਸੱਚਾਈ ਨੂੰ ਸਮਝਣ ਅਤੇ ਦਿਲ ਵਿੱਚ ਧਾਰਨ ਕਰਨ ਤੋਂ ਬਾਅਦ ਮਨੁੱਖ ਦੇ ਲਈ ਕੋਈ ਸ਼ੋਕ ਸੰਤਾਪ ਨਹੀਂ ਰਹਿੰਦਾ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਇੱਕ ਛੋਟੇ ਜਿਹੇ ਬੀਜ ਵਿੱਚ ਰੁੱਖ ਦਾ ਵਿਸ਼ਾਲ ਕਲੇਵਰ ਛਿਪਿਆ ਰਹਿੰਦਾ ਹੈ। ਇੱਕ ਸ਼ੁਕਰਾਣੂ ਵਿੱਚ ਮਨੁੱਖ ਦਾ ਸਾਰਾ ਢਾਂਚਾ ਪੂਰੀ ਤਰ੍ਹਾਂ ਛੁਪਿਆ ਹੈ। ਅਣੂ ਦੀ ਮਾਮੂਲੀ ਸੱਤਾ ਵਿੱਚ ਇੱਕ ਪੂਰੇ ਸੌਰ ਮੰਡਲ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਟਿਕੀ ਹੈ। ਇਹ ਸਭ ਜਾਣਦੇ ਹੋਏ ਵੀ ਅਸੀਂ ਸੂਖਮਤਾ ਦੀ ਸ਼ਕਤੀ ਨਹੀਂ ਬਣੇ ਹੋਏ ਹਾਂ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਅਣੂ ਵਿੱਚ ਵਿਭੂ, ਗਾਗਰ ਵਿੱਚ ਸਾਗਰ। ਪੁਸਤਕ ਦੀ ਜਾਣਕਾਰੀ। ਜਿਸ ਤਰ੍ਹਾਂ ਨਿਊਕਲੀਅਸ ਕਿਸੇ ਕੋਸ਼ਿਕਾ ਦਾ, ਨਾਭਿਕ ਕਿਸੇ ਅਣੂ ਦਾ ਅਤੇ ਬੀਜ ਕਿਸੇ ਵਿਸ਼ਾਲ ਰੁੱਖ ਦਾ ਸੂਖਮ ਪ੍ਰਤੀਨਿਧੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਆਤਮਾ ਜੀਵ ਸੱਤਾ ਦੀ ਸੂਖਮ ਪ੍ਰਤੀਨਿਧੀ ਹੈ। ਆਤਮਾ ਇੱਕ ਸਰਵ ਵਿਆਪਕ ਚੇਤਨ ਤੱਤ ਹੈ। ਸੰਸਾਰ ਵਿੱਚ ਜੋ ਕੁਝ ਵੀ ਹੈ ਉਹ ਸਭ ਆਤਮਾ ਵਿੱਚ ਹੀ ਹੈ। ਵੈਸ਼ੇਸ਼ਿਕੀ ਦਰਸ਼ਨ ਵਿੱਚ ਆਤਮਾ ਨੂੰ ਸ਼ਾਂਤ, ਧੀਰਜਵਾਨ ਅਤੇ ਪੂਰਨ ਸ਼ਕਤੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਅਤੇ ਪਦਾਰਥ ਦੇ ਰੂਪ ਵਿੱਚ ਵੀ। ਦੋਵੇਂ ਅੱਡ-ਅੱਡ ਨਾਭਿਕ ਵਿੱਚ ਸ਼ਾਮਲ ਹਨ। ਨਾਭਿਕ ਵਿੱਚ ਦੋਹਾਂ ਦੀ ਹੀ ਹੋਂਦ ਬਰਾਬਰ ਹੈ। ਇਲੈਕਟ੍ਰੋਨ ਜੀਵ ਹੈ ਅਤੇ ਉਦੋਂ ਤੱਕ ਚੈਨ ਤੋਂ ਨਹੀਂ ਬੈਠ ਸਕਦੇ ਜਦੋਂ ਤੱਕ ਗਤੀਹੀਨ ਗੈਸਾਂ ਦੀ ਅਰਥਾਤ ਮਾਨਸਿਕ ਜਾਂ ਆਤਮਿਕ ਦਵੈਤ ਦੀ ਸਥਿਤੀ ਤੋਂ ਮੁਕਤ ਨਹੀਂ ਹੋ ਜਾਂਦੇ। ਇਹ ਕਹਿਣਾ ਚਾਹੀਦਾ ਹੈ, ਜੋ ਜਿੰਨਾ ਉਲਝ ਗਿਆ ਹੈ ਉਹ ਓਨਾ ਹੀ ਦੁਖੀ ਹੈ, ਪਰ ਅੰਤ ਵਿੱਚ ਹਰੇਕ ਘੇਰੇ ਵਿੱਚ ਕਿਸੇ ਵੀ ਰਸ ਵਿੱਚ ਜ਼ਿਆਦਾ ਤੋਂ ਜ਼ਿਆਦਾ 8 ਹੀ ਇਲੈਕਟ੍ਰੋਨ ਹੋਣਗੇ। ਇਹ ਇਸ ਗੱਲ ਤੋਂ ਜਾਣੂ ਹਨ ਕਿ ਹਰੇਕ ਜੀਵ ਦਾ ਅੰਤਿਮ ਉਦੇਸ਼ ਇੱਕ ਹੀ ਹੈ ਸਿਧਾਂਤ ਨਾਲ ਜੁੜਿਆ ਹੈ ਕਿ ਉਸ ਨੂੰ ਆਤਮ ਤੱਤ ਦੀ ਖੋਜ ਕਰਨੀ ਚਾਹੀਦੀ ਹੈ। ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ, ਜੋ ਪ੍ਰਕਿਰਤੀ ਅਤੇ ਜੀਵ ਦੇ ਸੂਖਮ ਭੇਦਾਂ ਦੀ ਜਾਣਕਾਰੀ ਅਤੇ ਅਟੁੱਟ ਸੰਬੰਧਾਂ ਨੂੰ ਵਿਗਿਆਨਕ ਢੰਗ ਤੋਂ ਸਮਝਾਉਂਦੀ ਹੈ। ਨਾਲ ਹੀ ਇਹ ਵੀ ਦੱਸਦੀ ਹੈ ਕਿ ਕੁਦਰਤ ਜਾਂ ਭਗਵਾਨ ਨੂੰ ਸਮਝਾਉਣ ਦੇ ਲਈ ਬਾਹਰੀ ਸਾਧਨ ਕੰਮ ਨਹੀਂ ਦੇ ਸਕਦੇ। ਉਹਨਾਂ ਦੀ ਸਹੀ ਅਤੇ ਸਪਸ਼ਟ ਜਾਣਕਾਰੀ ਤਾਂ ਹੀ ਸੰਭਵ ਹੈ ਜਦੋਂ ਅਸੀਂ ਉਹਨਾਂ ਨੂੰ ਆਪਣੀ ਮਾਨਸਿਕ ਚੇਤਨਾ, ਗਿਆਨ ਜਾਂ ਅਨੁਭਵ ਦੀ ਸੂਖਮ ਇਕਾਈ ਤੋਂ ਪ੍ਰਾਪਤ ਕਰਦੇ ਹਾਂ। ਜਿਸ ਤਰ੍ਹਾਂ ਅੱਜ ਵਿਗਿਆਨ ਸਥੂਲ ਪਦਾਰਥਾਂ ਦੀ ਸੂਖਮ ਸ਼ਕਤੀ ਦਾ ਸ਼ੋਧ ਪ੍ਰਯੋਗ ਰਾਹੀਂ ਲਾਭ ਉਠਾ ਰਿਹਾ ਹੈ, ਉਸੇ ਤਰ੍ਹਾਂ ਅਧਿਆਤਮ ਵਿੱਚ ਵੀ ਸੂਖਮ ਸ਼ਕਤੀਆਂ ਦਾ ਪ੍ਰਯੋਗ ਕਰਕੇ ਅਸੀਂ ਬ੍ਰਹਮ ਦੀ ਪ੍ਰਾਪਤੀ ਕਰ ਸਕਦੇ ਹਾਂ। ਪੁਸਤਕ ਦੇ ਕੁਝ ਅੰਸ਼। ਜੀਵ ਦੀ ਸਾਰੀਆਂ ਹਲਚਲਾਂ ਪੂਰਨਤਾ ਪ੍ਰਾਪਤ ਕਰਨ ਦੀ ਹੀ ਹੈ, ਪਰੰਤੂ ਜਦੋਂ ਤੱਕ ਅਸੀਂ ਤਿਆਗ ਕਰਨਾ ਨਹੀਂ ਸਿੱਖਦੇ, ਉਹ ਉਦੇਸ਼ ਪੂਰਨ ਨਹੀਂ ਹੁੰਦਾ। ਉਦਾਹਰਨ ਦੇ ਲਈ, ਨਮਕ ਬਣਾਉਣ ਦੇ ਲਈ ਸੋਡੀਅਮ ਆਪਣਾ ਇੱਕ ਇਲੈਕਟ੍ਰੋਨ ਕਲੋਰੀਨ ਨੂੰ ਦਿੰਦਾ ਹੈ ਅਤੇ ਦੋਵੇਂ ਗਤੀਹੀਨ ਸਥਿਤੀ ਵਿੱਚ ਪਹੁੰਚ ਜਾਂਦੇ ਹਨ। ਜੀਵ ਰੂਪੀ ਇਲੈਕਟ੍ਰੋਨ ਜਿਸ ਦਿਨ ਨਾਭਿਕ ਰੂਪੀ ਆਤਮਾ ਵਿੱਚ ਲੀਨ ਹੋ ਜਾਂਦਾ ਹੈ, ਉਸ ਦਿਨ ਉਸਦੀ ਸਮਰਥ ਸੂਰਜ ਦੇ ਬਰਾਬਰ ਹਰੇਕ ਅਣੂ ਵਿੱਚ ਵਿਆਪਤ, ਤੇਜਸਵੀ ਅਤੇ ਪ੍ਰਚੰਡ ਹੋ ਜਾਂਦੀ ਹੈ। ਸਰੀਰ ਪੂਰਨ ਤੌਰ ਤੇ ਬ੍ਰਹਿਮੰਡ ਹੈ। ਪ੍ਰਕਿਰਤਿਕ ਪ੍ਰਮਾਣੂ ਉਸਦੇ ਲੋਕ ਦੀ ਰਚਨਾ ਕਰਦੇ ਹਨ ਅਤੇ ਨਾਭਿਕ ਨਾਲ ਮਿਲ ਕੇ ਇੱਕ ਚੇਤਨਾ ਦੇ ਰੂਪ ਵਿੱਚ ਉਸਨੂੰ ਗਤੀਸ਼ੀਲ ਰੱਖਦੇ ਹਨ। ਸੂਰਜ ਪਰਮਾਣੂ ਪ੍ਰਕਿਰਿਆ ਦਾ ਵਿਰਾਟ ਰੂਪ ਹੈ, ਇਸ ਲਈ ਉਹ ਦ੍ਰਿਸ਼ ਜਗਤ ਦੀ ਆਤਮਾ ਚੇਤਨਾ ਹੈ, ਨਿਆਮਕ ਹੈ, ਪਰਮਾਤਮਾ ਹੈ। ਸਾਰੇ ਸੰਸਾਰ ਦਾ ਇੱਕ ਅਦੁੱਤੀ ਸਿਰਜਣਹਾਰ ਅਤੇ ਨਿਯਮ ਬਣਾਉਣ ਵਾਲਾ ਹੀ ਹੈ, ਪਰੰਤੂ ਉਹ ਇੰਨਾ ਵਿਰਾਟ ਹੈ ਕਿ ਉਸਨੂੰ ਇੱਕ ਦ੍ਰਿਸ਼ਟੀ ਤੋਂ ਨਹੀਂ ਦੇਖਿਆ ਜਾ ਸਕਦਾ। ਉਸਨੂੰ ਦੇਖਣ, ਸਮਝਣ ਅਤੇ ਪ੍ਰਾਪਤ ਕਰਨ ਦੇ ਲਈ ਸਾਨੂੰ ਪਰਮਾਣੂ ਦੀ ਚੇਤਨਾ ਵਿੱਚ ਪ੍ਰਵੇਸ਼ ਕਰਨਾ ਪਵੇਗਾ। ਬਿੰਦੂ ਸਾਧਨਾ ਆਪਣੀ ਚਾਹ ਨੂੰ ਇੰਨਾ ਸੂਖਮ ਬਣਾਉਣਾ ਪਵੇਗਾ ਕਿ ਜ਼ਰੂਰਤ ਪੈਣ ਤੇ ਉਹ ਕਾਲ ਬ੍ਰਹਮਾਂਡ ਜਾਂ ਗਤੀਹੀਨ ਪਰਮਾਣੂ ਦੀ ਨਾਭਿਕ ਸੱਤਾ ਵਿੱਚ ਧਿਆਨ ਮਗਨ ਜਾਂ ਕੇਂਦਰਿਤ ਹੋ ਸਕੇ। ਉਸ ਅਵਸਥਾ ਤੱਕ ਪਹੁੰਚਣ ਨਾਲ ਆਤਮਾ ਨੂੰ ਪਰਮਾਤਮਾ ਦਾ ਅੰਤਰਬੋਧ ਹੁੰਦਾ ਹੈ। ਹੋਮਿਓਪੈਥੀ ਦਵਾਈਆਂ ਬਣਾਉਣ ਦਾ ਸਿਧਾਂਤ ਇੱਕ ਹੀ ਹੈ। ਉਹਨਾਂ ਦੇ ਅੰਦਰ ਜੋ ਅਦ੍ਰਿਸ਼ ਸੂਖਮ ਸ਼ਕਤੀ ਹੈ ਨੂੰ ਜਗਾ ਦਿੱਤਾ ਜਾਵੇ ਤਾਂ ਜੋ ਉਹ ਰੋਗਾਂ ਤੋਂ ਪੀੜਿਤ ਜੀਵਨੀ ਸ਼ਕਤੀ ਨੂੰ ਰੋਗ ਮੁਕਤ ਕਰਨ ਵਿੱਚ ਮਦਦਗਾਰ ਹੋ ਸਕਣ। ਗਹਿਰਾਈ ਤੋਂ ਖੋਜ ਕਰਨ ਤੇ ਪਤਾ ਚੱਲਦਾ ਹੈ ਕਿ ਮਹੱਤਵ ਵਿਸਤਾਰ ਦਾ ਨਹੀਂ, ਉਸ ਵਿੱਚ ਛਿਪੀ ਸੂਖਮ ਸ਼ਕਤੀ ਦਾ ਹੈ। ਮਨੁੱਖ ਦੇ ਧਨ, ਬਲ, ਪਦ, ਗਿਆਨ ਆਦਿ ਦੇ ਆਧਾਰ ਤੇ ਨਹੀਂ, ਉਸਦੀ ਅੰਦਰੂਨੀ ਸਥਿਤੀ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਕਿੰਨਾ ਸਮਰਥ ਹੈ। ਸਰੀਰ ਤੋਂ ਭਾਵੇਂ ਉਹ ਮਨੁੱਖ ਹੋਣ ਜਾਂ ਪਸ਼ੂ ਪੰਛੀ, ਜਿਨ੍ਹਾਂ ਵਿੱਚ ਜੀਵ ਚੇਤਨ ਦੀਆਂ ਵਿਸ਼ੇਸ਼ਤਾਵਾਂ ਹਨ, ਸਾਰੀਆਂ ਆਤਮਾ ਹਨ। ਭਿੰਨ ਭਿੰਨ ਸ਼ਕਲਾਂ ਵਿੱਚ ਹੁੰਦੇ ਹੋਏ ਵੀ ਵਿਸ਼ਵ ਆਤਮਾ ਇੱਕ ਹੀ ਹੈ। ਇਹ ਅੰਤਰਬੋਧ ਅਸੀਂ ਚੇਤਨਾ ਦੀ ਸੂਖਮ ਅਵਸਥਾ ਤੇ ਪਹੁੰਚ ਕੇ ਹੀ ਕਰ ਸਕਦੇ ਹਾਂ। ਦੁਰਬੁੱਧੀ ਦਾ ਸਥਾਨ ਸਦਭਾਵਨਾਵਾਂ ਲਵੇ ਅਤੇ ਅਣੂ ਸ਼ਕਤੀ ਦਾ ਉਪਯੋਗ ਰਚਨਾਤਮਕ ਕੰਮਾਂ ਵਿੱਚ ਹੋਣ ਲੱਗੇ ਤਾਂ ਉਸਦੀ ਸੁਖਦ ਸੰਭਾਵਨਾਵਾਂ ਦਾ ਖੇਤਰ ਵੀ ਬਹੁਤ ਵਿਆਪਕ ਹੋ ਸਕਦਾ ਹੈ। ਅਣੂ ਸ਼ਕਤੀ ਵਾਂਗ ਹੀ ਮਨੁੱਖ ਦੀ ਚੇਤਨਾ ਸ਼ਕਤੀ ਹੈ, ਜਿਸ ਦੇ ਅੰਤਰਗਤ ਮਨ,
ਬੁੱਧੀ, ਚਿੱਤ, ਆਤਮਬੋਧ ਨੂੰ ਅੰਤःਕਰਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਤਤਪਰਤਾ, ਇਕਾਗਰਤਾ, ਨਿਸ਼ਠਾ, ਦ੍ਰਿੜਤਾ, ਹਿੰਮਤ ਵਰਗੇ ਮਾਨਸਿਕ ਗੁਣ ਅਜਿਹੇ ਹਨ ਜਿਨ੍ਹਾਂ ਦੇ ਆਧਾਰ ਤੇ ਅਣੁਸ਼ਕਤੀ ਤੋਂ ਵੀ ਲੱਖਾਂ ਕਰੋੜਾਂ ਗੁਣ ਜ਼ਿਆਦਾ ਪ੍ਰਖਰ ਆਤਮਿਕ ਸ਼ਕਤੀ ਨੂੰ ਜਗਾਇਆ, ਵਧਾਇਆ, ਰੋਕਿਆ, ਸੰਭਾਲਿਆ ਅਤੇ ਵਰਤਿਆ ਜਾ ਸਕਦਾ ਹੈ। ਹਾਈਡਰੋਜਨ ਸੰਸਾਰ ਦਾ ਸਭ ਤੋਂ ਹਲਕਾ ਤੱਤ ਹੈ ਅਤੇ ਉਹ ਸਾਰੇ ਵਿਸ਼ਵ ਵਿੱਚ ਵਿਆਪਤ ਹੈ। ਉਸਦੇ ਇੱਕ ਅਣੂ ਦਾ ਵਿਸਫੋਟ ਕਰ ਦਿੱਤਾ ਜਾਵੇ ਤਾਂ ਉਸਦੀ ਸ਼ਕਤੀ ਸੰਸਾਰ ਦੇ ਕਿਸੇ ਵੀ ਤੱਤ ਦੀ ਤੁਲਨਾ ਵਿੱਚ ਜ਼ਿਆਦਾ ਹੋਵੇਗੀ। ਜੋ ਜਿੰਨਾ ਹਲਕਾ ਉਹ ਓਨਾ ਹੀ ਸ਼ਕਤੀਸ਼ਾਲੀ, ਤਾਕਤਵਰ ਅਤੇ ਵਿਸ਼ਵ ਵਿੱਚ ਵਿਆਪਤ ਹੈ। ਇਹ ਕੁਝ ਅਜੀਬ ਜਿਹਾ ਲੱਗਦਾ ਹੈ ਪਰ ਹੈ ਅਜਿਹਾ ਹੀ। ਸਿਰਫ ਅਧਿਆਤਮਕ ਹੀ ਅਜਿਹਾ ਹੈ ਜੋ ਸਰੀਰ ਅਤੇ ਮਨ ਨੂੰ ਪ੍ਰਭਾਵਿਤ ਕਰਕੇ ਹਾਰਮੋਨਸ ਨੂੰ ਨਹੀਂ, ਹੋਰ ਵੀ ਕਿੰਨੇ ਹੀ ਮਹੱਤਵਪੂਰਨ ਆਧਾਰਾਂ ਵਿੱਚ ਹੇਰ-ਫੇਰ ਕਰਕੇ ਮਨੁੱਖ ਨੂੰ ਸਧਾਰਨ ਤੋਂ ਅਸਧਾਰਨ ਬਣਾ ਸਕਦਾ ਹੈ। ਜੋ ਸ਼ਸ਼ਕਤ ਹੈ ਉਹ ਸੂਖਮ ਹੈ। ਸਥੂਲਤਾ ਸਿਰਫ ਉਸਦਾ ਕਲੇਵਰ ਹੈ। ਸਰੀਰ ਨੂੰ ਅਸੀਂ ਦੇਖ ਸਕਦੇ ਹਾਂ ਅਤੇ ਮਨੁੱਖ ਨੂੰ ਉਸਦੇ ਕਲੇਵਰ ਦੇ ਰੂਪ ਵਿੱਚ ਹੀ ਪਛਾਣਦੇ ਹਾਂ, ਪਰ ਅਸਲੀ ਦੇਵਤਾ ਤਾਂ ਪ੍ਰਾਣ ਹੈ ਜੋ ਨਾ ਤਾਂ ਦਿਖਾਈ ਪੈਂਦਾ ਹੈ, ਨਾ ਉਸਦਾ ਸਤਰ ਆਸਾਨੀ ਤੋਂ ਸਮਝ ਵਿੱਚ ਆਉਂਦਾ ਹੈ। ਜੋ ਸੂਖਮ ਹੈ ਉਹੀ ਸ਼ਕਤੀ ਦਾ ਸਰੋਤ ਹੈ। ਉਸਨੂੰ ਸਮਝਣ ਅਤੇ ਉਪਭੋਗ ਕਰਨ ਦੇ ਲਈ ਗੰਭੀਰ ਉਦੇਸ਼ਾਂ ਨੂੰ ਪੂਰਨ ਕਰਨ ਵਾਲੀ ਦ੍ਰਿਸ਼ਟੀ ਚਾਹੀਦੀ ਹੈ। ਪੁਸਤਕ ਦੇ ਕੁਝ ਬਿੰਦੂ ਨਦੀ, ਨਦ, ਸਾਗਰ, ਤਲਾਅ ਸਭ ਵਿੱਚ ਪ੍ਰਤੱਖ ਤੋਂ ਵੀ ਜ਼ਿਆਦਾ ਸਮਰਥ, ਅਦਿੱਖ ਸਰੂਪ ਜਿੰਨਾ ਮਹਾਨ ਓਨਾ ਹੀ ਸੂਖਮ, ਵਿਲੱਖਣ ਚੇਤਨਾ ਅਰਥਾਤ ਸੂਖਮ ਸ਼ਕਤੀ ਅਰਥਾਤ ਆਤਮ ਚੇਤਨਾ ਦਾ ਵਿਗਿਆਨ। ਅੰਤਰ ਅਤੁਲ ਸ਼ਕਤੀ ਸਾਗਰ ਦੀ ਇੱਕ ਬੂੰਦ, ਸਰੀਰ ਵਿੱਚ ਵੀ ਸੂਖਮ ਹੀ ਪ੍ਰਚੰਡ।